ਕਿ ਤੁਹਾਡੀ 109 10 ਸਾਲ ਉਮਰ ਹੋ ਗਈ ਹੈ, ਤੁਹਾਡੀ ਸਿਹਤ ਦਾ ਰਾਜ਼ ਕੀ ਹੈ? ਕਿ ਤੁਹਾਡਾ ਮਾਸ਼ਾਅੱਲਾ ਚਿਹਰਾ ਬਿਲਕੁਲ ਭਖਿਆ ਹੈ, ਸੁਰਖ ਚਿਹਰਾ, ਕੋਈ ਵੱਟ ਕੋ ਨਹੀਂ। ਉਹ ਜਿਸ ਤਰ੍ਹਾਂ ਗੱਡੀ ਨੂੰ ਜਿਹੜਾ ਨਾ ਪੁਰਾਣੀ ਜਿੰਨੀ ਹੁੰਦੀ ਉਹ ਡੈਂਟ ਪੈ ਜਾਂਦੇ ਨੇ, ਤੇ ਤੁਹਾਡੇ ਕੋਈ ਵੱਟ ਛੱਟ ਨਹੀਂ ਚਿਹਰੇ ਤੇ ਹੈਗਾ। ਨਹੀਂ, ਅਸੀਂ ਜਿਹੜੇ ਪਿੰਡ ਬੈਠੇ ਇਹਦਾ ਨਾਮ ਕੀ ਹੈ? ਦੀਪੇਪੁਰ। ਦੀਪੇਪੁਰ। ਅੱਛਾ, ਇਹ ਦੀਪੇਪੁਰ ਪਿੰਡ ਹੈ। ਲੋ ਜੀ, ਹਜੇ ਤੱਕ ਇਹ ਵੇਖ ਨਾ, ਇਹ ਮਕਾਨ ਕੱਚਾ ਹੈ। ਇਹ ਬੋਰਡ ਪੁਰਾਣਾ ਹੈ। ਇੱਥੇ ਕੋਈ ਖੂਹ ਵਗੈਰਾ ਹੋਏਗਾ? ਲੋ ਜੀ, ਇਹ ਹੈਗਾ ਪਿੰਡ ਦੀਪੇਪੁਰ। ਬਹੁਤ ਨਹੀਂ ਬਾਬਾ। ਜੀ अस्सलाम वालेकुम रहमतुल्लाह। ਅੱਜ ਮੈਂ 47 ਦੀ ਵੰਡ ਦੇ ਹਵਾਲੇ ਦੇ ਨਾਲ ਜ਼ਿਲ੍ਹੇ ਗੁਜਰਾਂਵਾਲੇ ਦੇ ਏਰੀਏ 'ਚ ਆਇਆ, ਤੇ ਬਹੁਤ ਸਾਰੇ ਜਿਹੜੇ ਸਰਦਾਰ ਵੀਰ ਨੇ ਜਿਹੜੇ ਉਧਰੋਂ ਫਰਮਾਇਸ਼ ਕਰਦੇ ਨੇ ਕਿ ਸਾਨੂੰ ਜਿਹੜਾ ਨਾ ਜੀ ਸਾਡਾ ਪਿੰਡ ਦਾ। ਪਹਿਲੇ ਮੈਂ ਦਰਾਜਕੇ ਤੇ ਫਿਰ ਕਿਆਮਪੁਰ ਤੇ ਫਿਰ ਉਸ ਤੋਂ ਬਾਅਦ ਆਇਆ ਮਜੂ ਚੱਕ। ਤੇ ਮਜੂ ਚੱਕ ਜਿਹੜਾ ਨਾ, ਇੱਥੇ ਇੱਕ ਪੰਡਤ ਦਵਿੰਦਰ ਲਾਲ ਸਿੰਘ ਹੁੰਦੇ ਤੇ ਉਹ ਇੰਡੀਆ ਚਲ ਗਏ। ਉਹਨਾਂ ਵੀ ਕਿਹਾ ਕਿ ਸਾਡਾ ਪਿੰਡ ਦਿਖਾ ਦਿਓ। ਉਸ ਤੋਂ ਬਾਅਦ ਫਿਰ ਪੁਰਾਣੇ ਜਿਹੜੇ ਨੇ ਮਤਲਬ ਇਹ ਜਿਹੜੇ ਬਜ਼ੁਰਗ, ਉਹਨਾਂ ਦਾ ਮਿਲਣਾ ਬਹੁਤ ਮੁਸ਼ਕਲ ਹੈ। ਤੇ ਫਿਰ ਪਤਾ ਲੱਗਾ ਕਿ ਇੱਕ ਬਜ਼ੁਰਗ ਨੇ ਇਸ ਪਿੰਡ ਦੀਪੇਪੁਰ ਦੇ ਵਿੱਚ। ਦੀਪੇਪੁਰ ਪਿੰਡ ਦੇ ਵਿੱਚ ਜਿਹੜਾ ਨਾ ਮੈਂ ਫਿਰ ਪਹੁੰਚਿਆ, ਤੇ ਇਹ ਦੀਪੇਪੁਰ ਪਿੰਡ ਵੀ ਜਿਹੜਾ ਨਾ ਇਹ ਬਹੁਤ ਪੁਰਾਣਾ ਆ। ਇੱਥੇ ਵੀ ਹਿੰਦੂ ਤੇ ਸਿੱਖ ਵੱਸਦੇ ਰਹੇ ਨੇ। ਇੱਥੇ ਉਹਨਾਂ ਦੀ ਘਰ ਵੀ ਹੁੰਦੇ ਸਨ, ਰਹਿਣ ਬਹਿਣ, ਖਾਣਾ ਪੀਣਾ, ਮੇਲ ਮਿਲਾਪ, ਤਾਲੁਕਾਤ, ਪੈਲੀ ਬਣਾ, ਸਭ ਕੁਛ। ਤੇ ਇਸ ਪਿੰਡ ਦੇ ਇੱਕ ਮੁਕਾਮੀ ਬਜ਼ੁਰਗ ਬਾਬਾ ਜੀ, ਇੱਥੋਂ ਦੀ ਵਸੋਂ ਦੀ ਸਟੋਰੀ ਉਹ ਬਾਬਾ ਜੀ ਦੀ ਜ਼ਬਾਨੀ ਸੁਣਨੇ ਆ। ਬਾਬਾ ਜੀ ਦੀ ਉਮਰ, ਇਹਨਾਂ ਦੀ ਯਾਦਾਸ਼ਤ, ਤੇ ਇਹਨਾਂ ਦਾ ਅੱਜ ਇਸ ਉਮਰ 'ਚ ਵੀ ਕੰਮ ਕਰਨਾ ਤੁਸੀਂ ਸੁਣ ਕੇ ਤੇ ਹੈਰਾਨ ਰਹਿ ਜਾਓਗੇ। ਤੇ ਸਭ ਤੋਂ ਪਹਿਲੇ ਪੁੱਛਣੇ ਇਹਨਾਂ ਦਾ ਨਾਮ ਜੀ। अस्सलाम वालेकुम जी। ਵਾਲੇਕੁਮ। ਆਵਾਜ਼ ਵੇਖ ਲਓ ਕੈਸੀ ਕੜਕਦਾਰ ਹੈ। ਤੁਹਾਡਾ ਨਾਮ ਕੀ ਜੇ? ਗੁਲਾਮ ਹੈਦਰ। ਗੁਲਾਮ ਹੈਦਰ। ਤੁਹਾਡੇ ਵਾਲਦ ਦਾ ਨਾਮ ਕੀ ਸੀ? ਮਰਾਜੀ। ਮਰਾਜਦੀਨ। ਤੁਸੀਂ ਕਿੰਨੇ ਭਾਈ ਸਾਜੇ? ਦੋ। ਤੁਹਾਡਾ ਤੋਂ ਦੂਸਰਾ ਭਰਾ ਵੱਡਾ ਸੀ ਕਿ ਛੋਟਾ ਸੀ? ਉਹ ਛੋਟਾ ਬਹੁਤ। ਅੱਛਾ, ਠੀਕ ਹੈ। ਆਪਣੀ ਬਰਾਦਰੀ ਕਿਹੜੀ ਹੈ? ਅਸੀਂ ਜੱਕਿਆਂ ਦਾ ਉਹ ਜੀ, ਅਸੀਂ ਘੁਮਿਆਰ ਹੀ ਖਵਾਉਂਦੇ। ਅੱਛਾ, ਠੀਕ ਹੈ। ਉਹ ਸਾਡੀ ਜਾਤ ਜਿਹੜੀ ਹੈ ਖੋਖਰ ਹੈ। ਅੱਛਾ, ਠੀਕ ਹੈ। ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ ਹੈ, ਉਸ ਵਕਤ ਤੁਹਾਡੀ ਉਮਰ ਕਿੰਨੀ ਸੀ? ਉਸ ਵਕਤ ਸਾਡੀ ਉਮਰ ਸੀ ਕੋਈ 32 ਕੁ ਸਾਲ ਦੀ, 32-33 ਸਾਲ ਦੀ। 32-33 ਸਾਲ ਦੀ। ਸ਼ਾਦੀशुदा ਸਾਂ। ਅੱਛਾ, ਮਾਸ਼ਾਅੱਲਾ। ਹਾਂ। ਕਿੰਨੇ ਬੱਚੇ ਸੀ ਉਦੋਂ? ਬੱਚਾ ਕੋਈ ਨਹੀਂ ਸੀ। ਅੱਛਾ। 4 ਸਾਲ ਦੇ ਕਿਨਾਂ ਦੇ ਹੋ ਗਏ ਸਨ ਮੇਰੀ ਸ਼ਾਦੀ ਹੋਈ ਨੂੰ। ਅੱਛਾ। ਤੇ ਫਿਰ ਇੱਕ ਬੱਚੀ ਹੋਈ ਸੀ ਤੇ ਨਾਲ ਹੀ ਮੇਰਾ ਟੱਬਰ ਗੁਜ਼ਰ ਗਿਆ ਸੀ ਅੱਗੋਂ। ਅੱਛਾ, ਹਾਂ। ਠੀਕ ਹੈ। ਹੁਣ ਤੁਹਾਡੀ ਕਿੰਨੀ ਉਮਰ ਹੋ ਗਈ? 109 10 ਸਾਲ ਹੋ ਗਈ। ਫਿਰ 110 ਸਾਲ ਹੋ ਗਈ। 110 ਸਾਲ ਹੋ ਗਈ ਹੈ। ਅਲਹਮਦੁਲਿਲਾ। ਦੰਦ ਬਿਲਕੁਲ ਸਹੀ ਆਪਣੇ ਨੇ ਕਿ ਨਹੀਂ, ਮੈਂ ਨਹੀਂ ਲਵਾਏ। ਅੱਛਾ, ਦੰਦ ਅਗਲੇ ਹੀ ਨੇ। ਅੱਛਾ, ਫਿੱਟ ਪੱਕੇ। ਪੱਕੇ ਹੀ। ਕਿਆ ਹੀ ਬਾਤ ਹੈ ਜੀ, ਕਿਆ ਹੀ ਬਾਤ ਹੈ। ਦੂਜੇ ਦਰਦ ਹੁੰਦੀ ਰਹੀ ਹੈ, ਮੈਂ ਆਪੇ ਕੀ ਛੱਡਦਾ ਰਿਹਾ। ਆਪੇ ਕੱਢ ਦਿੰਦੇ ਰਹੇ? ਆਹੋ। ਤੁਸੀਂ ਇਹ ਬਸ਼ਿੰਦੇ ਇੱਥੋਂ ਦੇ ਜਾਂ ਕਿਤੇ? ਅਸੀਂ ਸ਼ੁਰੂ ਦੇ ਵਸੇਂਦੇ ਇੱਥੋਂ ਦੇ, ਜਦੋਂ ਦਾ ਪਿੰਡ ਘਰੇ ਪਿਆ ਸਾਡੇ ਦਾਦੇ ਪੜਦਾਦੇ। ਅੱਛਾ। ਤੁਸੀਂ ਮੈਂ ਤੁਹਾਨੂੰ ਦੱਸਣਾ ਜੀ। ਅਸਲ ਸਾਡਾ ਪਿੱਛਾ ਦੇ ਕੋਈ ਨਾਲ ਮਿਸ਼ਰੀ ਮੈਣੀ ਹੈ, ਤੇ ਉਹ ਤੋਂ ਮਾਮਲੇ ਨਹੀਂ ਸਨ ਲੋਕਾਂ ਕੋਲ ਸਾਰਦੇ ਹੁੰਦੇ। ਹਾਂਜੀ। ਇਹ ਸਾਡੇ ਵਡੇਰੇ ਜਿਹੜੇ ਸਨ ਨਾ, ਇਹ 3 ਖੂਹ ਛੱਡ ਕੇ ਤੇ ਨਸ ਆਏ ਸਨ। ਅੱਛਾ। ਤੇ ਫਿਰ ਹੁਣ ਤੈਨੂੰ ਪਤਾ ਕਈ ਮੁੱਦਤ ਹੋ ਗਈ ਹੈ। ਹਾਂਜੀ ਹਾਂਜੀ। ਹਾਂਜੀ। ਤੇ ਉਹ ਫਿਰ ਤੇ ਨਹੀਂ ਸੀ ਨਾ, ਉਦੋਂ ਲੋਕੀ ਜ਼ਮੀਨ ਨੂੰ ਲੈਂਦੇ ਕਦੋਂ ਸਨ। ਨਹੀਂ ਸੀ। ਹਾਂਜੀ ਹਾਂਜੀ। ਉਦੋਂ ਫਿਰ ਇਹ ਕੰਮ ਕੀਤਾ, ਐਸਾ ਕਿ ਟੱਗੇ ਬਣਾ ਲੈ, ਖੋਤੇ ਬਣਾ ਲੈ,
और जाके जम्मू वालों बेर बूर ले आने वेच वट के ते अपना गुजारा करना। ਅੱਛਾ ਇਹ ਜਿਹੜੇ ਤੁਸੀਂ ਜ਼ਿਮੀਦਾਰ ਹੋ ਹਾਂਜੀ ਤੁਹਾਨੂੰ ਦੇ ਕਿਨਾਂ ਦਾ ਜਾਗ ਲੱਗੀ ਹੈ, ਕਿੱਥੋਂ ਤੁਹਾਡੇ ਕੋਲ ਵੀ ਕੱਖ ਨਹੀਂ ਸੀ, ਰੋਟੀ ਤੁਹਾਡੀ ਵੀ ਨਹੀਂ ਸੀ ਵਸੂਲ ਹੁੰਦੀ ਹੈ ਹਾਂ ਤੇ ਉਦੋਂ ਦਾਣੇ ਤਿੰਨਾਂ ਘਰਾਂ ਕੋਲ ਹੁੰਦੇ ਸਨ, ਹਾਂਜੀ ਲੁਹਾਰਾਂ ਕੋਲ, ਹਾਂ ਖੱਤਰੀਆਂ ਕੋਲ ਤੇ ਘੁਮਿਆਰਾਂ ਕੋਲ। ਖੱਤਰੀਆਂ ਕੋ ਲੋਹਾਰਾਂ ਕੋ ਤੇ ਘੁਮਿਆਰਾਂ ਕੋ ਹਾਂ। ਇਹ ਦਾਣਾ ਮੁੱਕਦਾ ਨਹੀਂ ਸੀ ਨਹੀਂ ਸੀ ਮੁੱਕਦਾ ਇੰਝ ਹੀ ਹੈ। ਮੁੱਕਦਾ ਤੇ ਇਹਨਾਂ ਦਾ ਹੋਈ ਫਰੀ ਸਿਕੰਦਰ ਯਾਰ ਤੇ ਛੋਟੂ ਰਾਮ ਹਾਂ ਤੇ ਲਿਆਕਤ ਵਾਲੀ ਵਜ਼ੀਰ ਬਣ ਕੇ ਆਏ ਨੇ ਹਾਂ ਤੇ ਸਿਕੰਦਰ ਜਿਹੜਾ ਸੀ ਨੇ ਛੋਟੂ ਰਾਮ ਹਾਂ। ਉਹ ਖੱਤਰੀਆਂ ਦਾ ਮੁੰਡਾ ਸੀ। ਹਾਂ ਹਾਂ ਉਹਨੇ ਆਉਂਦਿਆਂ ਐਲਾਨ ਕੀਤਾ ਪਰ 3 ਹਿੱਸੇ ਜਿਹੜੇ ਨੇ ਗਹਿਣੇ ਦੇ ਉਹ ਮਾਲਕ ਨੂੰ ਮਿਲਣੇ ਚਾਹੀਦੇ ਨੇ, ਅੱਛਾ ਇੱਕ ਹਿੱਸਾ ਗਹਿਣੇ ਵਾਲੇ ਨੂੰ ਮਿਲਣਾ ਚਾਹੀਦਾ ਹੈ। ਅੱਛਾ ਉਹ ਫਿਰ ਤਾਂ ਜ਼ਮੀਨਾਂ ਛੁੱਟੀਆਂ ਸਨ ਤੁਹਾਡੀਆਂ ਅੱਛਾ ਹੈ। ਫਿਰ ਉਹ ਵੀ ਜਿਹੜਾ ਸੀ ਜੈਸਾ ਉਹ ਵੀ ਉਹਨੇ ਕਦਮ ਕਰ ਦਿੱਤਾ ਸੀ। ਹਾਂ ਉਹ ਹੋ ਕਿੱਥੋਂ ਗਿਆ ਸੀ, ਹਾਂਜੀ ਉਹ ਪੜ੍ਹਦਾ ਸੀ ਨਾਲ ਕਿਸੇ ਦੇ। ਅੱਛਾ ਜੀ ਜ਼ਿਮੀਦਾਰ ਤਗੜੇ ਵੀ ਹੁੰਦੇ ਨੇ ਮਾੜੇ ਵੀ ਹੁੰਦੇ ਨੇ, ਜੀ ਹਾਂ ਉਹਨਾਂ ਦਾ ਮੁੰਡਾ ਪੜ੍ਹਦਾ ਸੀ। ਜਿਸ ਵੇਲੇ ਇਹਨਾਂ ਨਾਲ ਪੜ੍ਹਦਾ ਸੀ ਤੇ ਉਹਦੀ ਮਾਂ ਜਿਹੜੀ ਸੀ ਹੈ ਸੀ ਰੰਡੀ ਮਾਂ ਦਾ ਪੁੱਤਰ ਸੀ। ਅੱਛਾ ਉਹ ਗਈ ਪੈਸੇ ਲੈਣ, ਖੱਤਰੀਆਂ ਪੈਸੇ ਨਹੀਂ ਸਨ ਦਿੱਤੇ, ਅੱਛਾ ਉਹ ਕਸਰ ਲਈ ਸੀ। ਹਾਂ ਹਾਂ ਅੱਛਾ ਪਹਿਲੀ ਗੱਲ ਤੇ ਇਹ ਹੈ ਕਿ ਤੁਹਾਡੀ 109 10 ਸਾਲ ਉਮਰ ਹੋ ਗਈ ਹੈ, ਤੁਹਾਡੀ ਸਿਹਤ ਦਾ ਰਾਜ਼ ਕੀ ਹੈ? ਹੈ ਸਿਹਤ ਦਾ ਰਾਜ਼ ਕੀ? ਤੁਹਾਡਾ ਮਾਸ਼ਾਅੱਲਾ ਚਿਹਰਾ ਬਿਲਕੁਲ ਭਖਿਆ ਹੈ, ਸੁਰਖ ਚਿਹਰਾ, ਕੋਈ ਵੱਟ ਕੋ ਨਹੀਂ। ਉਹ ਜਿਸ ਤਰ੍ਹਾਂ ਗੱਡੀ ਨੂੰ ਜਿਹੜਾ ਨਾ ਪੁਰਾਣੀ ਜਿੰਨੀ ਹੁੰਦੀ ਉਹ ਡੰਡ ਪੈ ਜਾਂਦੇ ਨੇ, ਤੇ ਤੁਹਾਡੇ ਕੋਈ ਵੱਟ ਛੱਟ ਨਹੀਂ ਚਿਹਰੇ ਤੇ ਹੈਗਾ। ਨਹੀਂ ਸਾਨੂੰ ਹਟ ਨਹੀਂ। ਦੰਦ ਵੀ ਜੇ ਠੀਕ ਨੇ, ਅੱਲਾ ਦਾ ਸ਼ੁਕਰ ਹੈ। ਮੈਂ ਹੁਣ ਦੇਖਿਆ ਤੇ ਪਤਾ ਲੱਗਿਆ, ਬੱਚੇ ਨੇ ਦੱਸਿਆ ਕਿ ਜੀ ਉਹ ਪੱਠੇ ਲੈ ਕੇ ਆਏ ਨੇ। ਆਹੋ ਪਹਿਲੀ ਬੰਦਾ ਹਜੇ ਵੀ ਕਰਦੇ ਜੇ ਵਾਈ ਬੀਜੀ ਦਾ? ਨਹੀਂ ਮੈਂ ਨਹੀਂ ਭਾਈ ਕੀਤੀ ਤੋੜੂ। ਅੱਛਾ ਮੈਂ ਤੇ ਪਹਿਲੋਂ ਤੇ ਕਰਦਾ ਰਿਹਾ ਵਾਂ ਵਪਾਰ ਸੇ ਅੱਗੇ ਨਾਲ ਲੱਗਾ ਕਰਦੇ ਰਹੇ ਹਾਂ। ਅੱਛਾ ਹੈ ਡੰਗਰਾਂ ਦੇ। ਹਾਂਜੀ ਹਾਂਜੀ ਤੇ ਫਿਰ ਜਿੱਦਣ 5 ਮਣ ਜਿਹੜੇ ਦਾਣੇ ਸਨ ਛੱਟ ਜਿਹੜੀ ਉਹ ਇੰਜ ਕਰਕੇ ਮੁੱਠੀ ਚੁੱਕ ਕੇ ਤੇ ਮੋਢੇ ਤੇ ਧਰੀਏ, ਜਿੱਦਣ ਉਹ ਚੁੱਕੀ ਨਹੀਂ ਗਈ ਫਿਰ ਛੱਡ ਦਿੱਤੀ। 5 ਮਣ ਦੀ ਛੱਟ ਆਹੋ ਉਹ ਮੁੱਠ ਭਰ ਕੇ ਤੇ ਮੋਢੇ ਤੇ ਚੁੱਕ ਲੈਂਦੇ ਰਹੇ, ਜਾਂ ਡੰਗਰ ਤੇ ਰੱਖ ਲੈਂਦੇ ਰਹੇ। ਆਹੋ ਵਾਹ ਬਈ ਵਾਹ। ਉਹ 2.5 ਮਣ ਹੁੰਦਾ ਹੀ ਉਹ ਬੰਦੇ ਦੇ ਹੱਥ 'ਚ। ਹਾਂ 2 ਬੰਦੇ ਵੀ ਚੁੱਕਦੇ ਨੇ। 2 ਬੰਦੇ ਚੁੱਕਦੇ, 2.5 ਮਣ ਹੋ ਗਿਆ ਇੱਕ ਬੰਦੇ ਦੇ ਹੱਥ। ਉਹ ਫਿਰ ਵਕਤ ਨਹੀਂ ਤੇ ਪਹਿਲੇ ਚਵਾੜੀਆਂ ਹੁੰਦੀਆਂ ਸਨ ਨਾਲ, ਚਵਾੜੀਆਂ ਨਹੀਂ ਚੁੱਕੀ। ਉਹ ਹੀ ਕਹਿੰਦੇ ਨੇ ਚਵਾੜੀਆਂ ਦੇ ਨਾਲ ਤੇ ਬਿਲਕੁਲ ਉਹ ਸਾਰੇ ਬੜੀ ਹਿੰਮਤ ਹੈ ਜੀ 2.5 ਮਣ ਭਾਰ ਚੁੱਕ ਲੈਣਾ। ਇੰਜ ਕਰਕੇ ਉਹਨੂੰ ਚਵਾੜੀ ਪਾਉਣੀ। ਸਾਡੇ ਵੀ ਜਿਸ ਟਾਈਮ ਜਾਂਦੇ ਹੁੰਦੇ ਸੀ ਨਾ, ਮਤਲਬ ਗੋਲ ਤੋਂ ਲੈਣ ਦਾਣਾ ਹੈ, ਤੇ ਉਹ ਸਾਡੇ ਜਿਹੜੇ ਹੁੰਦੇ ਸਨ ਚੰਗੇ ਸਨ ਵਿਚਾਰੇ, ਘੁਮਿਆਰ ਅੱਲਾ ਜੰਨਤ ਨਸੀਬ ਕਰੇ। ਉਹਨਾਂ ਅਸੀਂ ਛੋਟੇ ਛੋਟੇ ਹੋਣਾ ਤੇ ਜਿਸ ਟਾਈਮ ਉਹ ਸਾਡੇ ਉਹ ਬੁਆਈ ਹੋਣੀ ਨਾ, ਕਟਾਈ ਹੋਣੀ ਗੰਦਮ ਦੀ ਜਾਂ ਮੂੰਜੀ ਦੀ, ਉਹਨਾਂ ਨੇ ਛੱਡਾਂ ਭਰ ਦੇਣੀਆਂ ਤੋਲ ਕੋ, ਇੱਕ ਆ ਬਿਸਮਿਲ੍ਲਾ ਕਹਿਣਾ, ਆ ਬਰਕਤੀ, ਇਸ ਤਰ੍ਹਾਂ ਕਰਕੇ ਉਹਨੀ ਉਹ ਪਾਣੀਆਂ ਜਿਸ ਟਾਈਮ ਤੋਂ ਤਕੜੀਆਂ ਨਾਲ ਪਾਣਾ। ਪਹਿਲੀ ਦੇ ਆਖਣਾ ਹੈ ਬਰਕਤ ਹੈ। ਬਰਕਤ ਹੀ, ਹਾਂਜੀ ਹਾਂਜੀ। ਦੂਜੀ ਦੇ ਆਖਣਾ ਬਿਸਮਿਲ੍ਲਾ। ਬਿਸਮਿਲ੍ਲਾ। ਤੀਜੀ ਦੇ ਆਖਣਾ ਵਾਦਾ। ਵਾਦਾ। ਇੰਜੀ ਇੰਜੀ। ਉਹ ਮੈਨੂੰ ਹਜੇ ਤੱਕ ਯਾਦ ਹੈ ਕਿ ਪਹਿਲੀ ਤੇ ਉਹਨਾਂ ਨੇ ਕਹਿਣਾ ਬਰਕਤ ਹੀ, ਫਿਰ ਦੂਸਰੀ ਤੇ ਬਿਸਮਿਲ੍ਲਾ, ਤੇ ਤੀਸਰੀ ਤੇ ਵਾਦਾ, ਤੇ ਫਿਰ ਅੱਗੇ 4 ਹੀ, 5 ਹੀ, ਫਿਰ ਇੰਜ ਗਿਣਤੀ ਸ਼ੁਰੂ ਫੇਰ ਕਰਨੀ। 100 ਸੈਂਕੜੇ ਤੱਕ ਜਾਣਾ। ਹਾਂਜੀ ਅੱਛਾ। ਫਿਰ ਇਹ ਤੁਸੀਂ ਦੇਖੋ ਕਿ ਉਦੋਂ ਜਿਹੜਾ ਨਾ ਉਹ ਨਾਮ ਪਹਿਲੇ ਅੱਲਾ ਦਾ ਹੀ ਲੈਂਦੇ ਸੀ, ਬਿਸਮਿਲ੍ਲਾ ਕਰਨੀ ਤੇ ਫਿਰ ਬਰਕਤ ਕਹਿਣੀ ਕਿ ਬਰਕਤ ਵੀ ਅੱਲਾ ਹੀ ਪਾਉਣ ਵਾਲਾ ਹੈ। ਤੇ ਹੁਣ ਉਹ ਬਰਕਤਾਂ, ਉਹਦਾ ਅੱਲਾ ਦਾ ਨਾਮ ਛੱਡ ਦਿੱਤਾ ਤੇ ਬਰਕਤਾਂ ਵੀ ਖਤਮ ਹੋ ਗਈਆਂ। ਬਰਕਤਾਂ ਵੀ ਖਤਮ ਹੋ ਗਈਆਂ ਨੇ ਤੇ ਨਾਲੇ ਗੱਲ ਇਹ ਜੇ ਦੁਨੀਆ ਤੋਂ ਹਿਆ ਵੀ ਉੱਡ ਗਿਆ। ਹੈ ਦੀਨ ਵੀ ਉੱਡ ਗਈ ਤੇ ਮੁਹੱਬਤ ਵੀ ਉੱਡ ਗਈ। ਬਿਲਕੁਲ ਸੱਚੀ, ਠੀਕ ਹੈ। ਉਹ ਗੱਲ ਕੋਈ ਨਹੀਂ ਹੋਣਾ। ਹਾਂਜੀ ਜਿੰਨਾ ਪੈਸਾ ਹੋਇਆ ਬੇਗੁਮਰਾਹ ਹੋ ਗਏ ਨੇ। ਉਦੋਂ ਪੈਸਾ ਘੱਟ ਲੱਗਦਾ। ਉਦੋਂ ਅੱਲਾ ਲੋਕਾਂ ਨੂੰ ਯਾਦ ਸੀ। ਇੰਜੀ ਇੰਜੀ। ਹੁਣ ਤੇ ਇੱਥੋਂ ਤੱਕ ਗੱਲ ਏ, ਹੁਣ ਤੂੰ ਜਾਂ ਮੈਂ ਜੀ ਜੀ ਮੈਂ ਨਵਾਂ ਪੁੱਤਰ ਨੂੰ ਦਾ ਲਾ ਲਵਾਂ। ਪੁੱਤਰ ਦਾ ਪਿਓ ਨੂੰ ਦਾ ਲਾ। ਬੜਾ ਅੱਛਾ ਵਕਤ ਸੀ, ਸਕੂਨ ਹੁੰਦਾ ਸੀ। ਫਿਰ ਅਸੀਂ ਤੇ ਚਲੋ ਹੋ ਗਏ ਨਾ ਛੋਟੇ ਛੋਟੇ, ਆਪਣੇ ਜਿਸ ਟਾਈਮ ਕਟਾਈ ਹੋਣੀ, ਫਲੇ ਵਾਗਦੇ ਹੋਣੇ, ਉਹ ਕਟਾਈ ਬਾਅਦ ਥ੍ਰੈਸ਼ਰ ਚੱਲ ਪਏ। ਅੱਜ ਕੱਲ ਆਮ ਲੋਕੀ ਵਾਢੀ ਲੱਗੇ। ਅੱਛਾ ਹਾਂਜੀ। ਉਹ ਅਸੀਂ ਜਾਣਾ, ਉਹ ਦੜੋਪਾ ਉਹਨੂੰ ਕਹਿੰਦੇ ਸਨ ਉਦੋਂ, ਦੜੋਪਾ।
ਤੇ ਉਹ ਦੜੋਪਾ ਜਿਸ ਟਾਈਮ ਉਹ ਲੈਣ ਜਾਣਾ ਤੇ ਨਾਲ ਜਿਹੜਾ ਨਾ ਮਹੱਲੇ ਦੇ ਜਿਹੜੇ ਵਿਚਾਰੇ ਉਸ ਤਰ੍ਹਾਂ ਵੀ ਜਿਨ੍ਹਾਂ ਦੀ ਜ਼ਮੀਨ ਨਹੀਂ ਹੁੰਦੀ ਉਹ ਵੀ ਜਿਹੜਾ ਨਾ ਉਹ ਮਾਵਾਂ ਨੇ ਉਹਨਾਂ ਨੂੰ ਵੀ ਭੇਜ ਦੇਣਾ ਬੱਚਿਆਂ ਨੂੰ, ਉਹ ਜਾਓ ਤੁਸੀਂ, ਤੁਹਾਡਾ ਵੀ ਚਾਚਾ ਕਹੇ ਦਾਦਾ ਆ, ਜਾਓ ਕਹਿਣਾ ਕਿ ਮੈਨੂੰ ਵੀ ਦੇ ਦੜੋਪਾ। ਆਓ ਹਾਂਜੀ ਚਲੇ ਜਾਂਦੇ ਸਨ ਬਗੈਰ ਮਤਲਬ ਅਪਣਾਈਏ ਸੀ ਉਦੋਂ ਅਪਣਾਈਏ ਸੀ। ਇਹ ਨਹੀਂ ਸੀ ਸਮਝਦੇ ਕਿ ਫਲਾਣੇ ਦੀ ਪੈਲੀ ਜਿਹੜੀ ਇਹਨਾਂ ਫਸਲ ਕੱਟੀ ਜਾਂਦੀ ਹੈ ਜਾਂ ਫਲਾਣੇ ਦੀ ਹੈ, ਉਦੋਂ ਇਹ ਸਮਝਿਆ ਜਾਂਦਾ ਸੀ ਇਹ ਸਾਡੇ ਹੀ ਨੇ ਜਿਨ੍ਹਾਂ ਦੀ ਫਸਲ ਕੱਟੀ ਜਾਂਦੀ ਹੈ। ਮਾਤਾ ਜਿਹੜੇ ਵਾਢੀ ਕਰਦੇ ਸਨ ਮਗਰੋਂ ਰੋਟੀ ਲੈ ਕੇ ਜਾਣਾ ਤੇ ਜਿਵੇਂ ਤੇ ਰੱਖਣਾ, ਆ ਪੰਡ ਪਾ ਦਿਓ ਇਹਨੂੰ ਤੇ ਕਿੰਨਾ ਸਿਰਾ ਬਣਾ ਲਵੇ। ਹਾਂਜੀ ਹਾਂਜੀ ਇਹ ਜਿਉਂ ਮਹਿੰਗਾਈ ਹੋਈ ਹੈ ਨਾ ਸਿਉਂ ਲੋਕੀ ਹੱਥ ਕੁੱਟਿਆ ਜਾਂਦਾ, ਹੱਥ ਕੁੱਟਿਆ ਜਾਂਦਾ। ਇਹ ਉਦੋਂ ਗੱਲ ਵੇ ਹੁਣ ਐਤਕਾਂ ਦੇ ਜਿਹੜਾ ਪਿਛਲਾ ਸਾਲ ਲੰਘਿਆ ਇਹਦੇ ਵਿੱਚ ਕਈਆਂ ਨੂੰ ਆਟਾ ਨਹੀਂ ਮਿਲਿਆ। ਇੰਜੀ ਹੈ ਇੰਜੀ 5,000 ਨੂੰ ਵੀ ਨਹੀਂ ਮਿਲਿਆ। ਅਸੀਂ ਜਿਹੜੇ ਪਿੰਡ ਬੈਠੇ ਇਹਦਾ ਨਾਮ ਕੀ ਹੈ? ਦੀਪੇਪੁਰ। ਇਹਦੀ ਨਾਲ ਕਿਹੜੇ ਕਿਹੜੇ ਪਿੰਡ ਨੇ? ਨਾਲ 48 ਅੱਗੇ ਆ ਜਾਂਦਾ ਹੈ। 48 ਅੱਗੇ ਆ ਜਾਂਦੀ ਆ ਮਹਿਲ ਮਜੂ ਚੱਕ ਕੇ ਅੰਡਾੜਾ ਹੈ। ਅੱਛਾ ਜੀ ਇਹ ਠੀਕ ਹੈ। ਬੜਾ ਸ਼ਾਹਪੁਰ। ਤਹਿਸੀਲ ਇਹਦੀ ਕਿਹੜੀ ਹੈ? ਤਹਿਸੀਲ ਇਹਦੀ ਤਹਿਸੀਲ ਹੈ ਜਨਾਬ ਨਸ਼ੌਰਾ। ਇਹਦੀ ਤਹਿਸੀਲ ਨਸ਼ੌਰਾ ਆ ਜਾਂਦੀ ਹੈ ਤੇ ਜ਼ਿਲ੍ਹਾ ਗੁਜਰਾਂਵਾਲਾ ਆ ਜਾਂਦਾ। ਲੋਗੋਂ ਡਾਕਖਾਨਾ ਜਿਹੜਾ ਸੀ ਕਾਮੋਂ ਕੀ ਸੀ। ਅੱਛਾ ਜੀ ਤੇ ਤਹਿਸੀਲ ਨਸ਼ੌਰਾ ਸੀ। ਅੱਛਾ ਤੇ ਥਾਣਾ ਵੀ ਨਸ਼ੌਰਾ ਸੀ। ਅੱਛਾ ਜੀ ਹੁਣ ਤੈਨੂੰ ਪਤਾ ਹੁਣ ਥਾਣਾ ਤੇ ਆ ਗਿਆ ਤਸਲੀ। ਹਾਂਜੀ ਹੁਣ ਅਦਲ ਬਦਲ ਹੋ ਗਿਆ ਹੈ ਕੰਮ, ਤਹਿਸੀਲ ਜੇ ਸੀ। ਠੀਕ ਗੱਲ ਕਰੀਏ ਜੀ ਪਿੰਡ ਦੀ, ਜਿਸ ਵਕਤ 47 ਦੀ ਵੰਡ ਹੋਈ ਹੈ ਆਹੋ ਉਸ ਵਕਤ ਇੱਥੇ ਕਿੰਨੇ ਕੁ ਘਰ ਸਨ? ਹਿੰਦੂਆਂ ਦੇ ਕਿੰਨੇ ਸਨ, ਸਿੱਖਾਂ ਦੇ ਕਿੰਨੇ ਸਨ ਤੇ ਮੁਸਲਮਾਨਾਂ ਦੇ ਘਰ ਕਿੰਨੇ? ਹਿੰਦੂਆਂ ਦਾ ਇੱਕ ਵੀ ਨਹੀਂ ਸੀ। ਅੱਛਾ ਸਾਰੇ ਸਿੱਖ ਹੀ ਸਾਰੇ ਸਿੱਖ ਸਨ। ਸਿੱਖਾਂ ਦੇ ਘਰ ਕਿੰਨੇ ਸਨ ਤੇ ਮੁਸਲਮਾਨਾਂ ਦੇ ਕਿੰਨੇ ਸਨ? ਉਹ ਕੋਈ ਹੈ ਸਰ ਦੇਖੇ ਨਾਲ 20 22 ਘਰ, ਸਾਰੇ ਘਰ ਤੇ ਸਾਰੇ ਸਨ 5। ਅੱਛਾ ਇੱਕੋ ਦਾ ਇੱਕ ਹੀ ਜ਼ਮੀਨ ਸੀ। ਅੱਛਾ ਇੱਕੋ ਮਾਲਕ ਸੀ ਜ਼ਮੀਨ ਦਾ? ਮਾਲਕ ਦਾ ਇੱਕੋ ਸੀ। ਅੱਗੋਂ ਦੇ 5 ਪੁੱਤਰ ਤੇ 5 ਪੱਤੀਆਂ ਬਣ ਗਈਆਂ। ਅੱਛਾ ਠੀਕ ਹੈ। ਤੇ ਜੀਵਨ ਨਹੀਂ ਸਰ ਜੀਵਨ ਨੇ। ਜਿਹੜਾ ਵੱਡਾ ਮਾਲਕ ਸੀ ਉਹਦਾ ਨਾਂ ਕੀ ਸੀ? ਜਿਹਦੇ ਨਾਂ ਸੀ ਗੰਡਾ ਸਿੰਘ। ਅੱਗੋਂ ਉਹਦੇ ਪੁੱਤਰ ਸਨ। ਠੀਕ ਹੈ। ਤੇ ਦੀਪੇਪੁਰ ਜਿਹੜਾ ਨਾਮ ਪਿਆ ਕਿਸ ਦੇ ਨਾਮ ਤੋਂ ਪਿਆ ਹੈ? ਇਹ ਦੀਪੇਪੁਰ ਪਿਆ ਹੈ ਪਰ ਇਹ ਵੀ ਮੈਨੂੰ ਖਿਆਲ ਕਿਹਦੇ ਨਾਂ ਤੇ ਪਿਆ ਹੈ ਜਾਂ ਤੇ ਉਹਨਾਂ ਦੇ ਵਿੱਚੋਂ ਕੋਈ ਹੋਵੇਗਾ। ਹਾਂਜੀ ਜਿਸ ਪਾਇਆ ਪਹਿਲੋਂ ਤੇ ਉਹਦੇ ਨਾਂ ਦੀਪਾ ਹੋਵੇਗਾ ਤੇ ਉਹਦੇ ਨਾਂ ਤੇ ਪੈ ਗਿਆ ਦੀਪੇਪੁਰ ਨਰਕਾਂ ਦਾ ਕਰਕੇ ਆਂਦੇ ਨੇ। ਅੱਛਾ ਇਹ ਨਿਕਲ ਕੇ 48 ਚੋਂ ਪਿਆ ਹੈ। ਅੱਛਾ 48 ਚੋਂ ਨਿਕਲ ਕੇ ਪਿਆ। 48 ਇੱਥੋਂ ਕਿੰਨੀ ਕੁ ਦੂਰ ਹੈ? ਹੈ ਕੋਈ 1.5 ਮੀਲ। ਅੱਛਾ ਜਿਹੜਾ ਸ਼ਾਹਪੁਰ ਉਹ ਕਿੰਨੀ ਕੁ ਦੂਰ ਹੈ ਇੱਥੋਂ? ਸ਼ਾਹਪੁਰ ਵੀ ਇੱਥੇ ਹੀ ਹੈ। ਅੱਛਾ ਆ ਜਿਹੜਾ ਪਿਛਲਾ ਪਿੰਡ ਲੰਘਿਆ ਕਿ ਨਹੀਂ ਜਿੱਥੇ ਦਰਸ ਹੈ। ਹਾਂਜੀ ਜਿਹੜੇ ਕੁੱਲੇ ਬਣੇ ਨੇ। ਅੱਛਾ ਨਹੀਂ ਮੈਂ ਇਧਰੋਂ ਆਇਆ ਮਜੂ ਚੱਕ ਲੋ ਲੋ ਇਹਨੇ ਸਹੀ ਕਿ ਹਾਂਜੀ ਮਜੂ ਚੱਕ ਦੇ ਅੱਗੇ ਆਉਂਦਾ ਨਹੀਂ। ਉਹ ਜਿੱਥੇ ਖੋਖੇ ਦੇ ਖੜੇ ਹਾਂ ਉਸੇ ਨਾਲ ਆ ਜਿਹੜਾ ਅਗਲਾ ਜਿਹੜਾ ਮਸਜਿਦ ਹੈ ਕਿ ਨਹੀਂ। ਹਾਂਜੀ ਉਹ ਦਰਸ ਹੈ। ਅੱਛਾ ਉਹ ਸ਼ਾਹਪੁਰ ਦਾ ਹੈ? ਨਹੀਂ ਇੱਥੋਂ ਦਾ ਦੀਪੇਪੁਰ। ਅੱਛਾ ਠੀਕ ਹੈ ਦੀਪੇਪੁਰ ਸਹੀ ਹੈ। ਇੱਥੇ ਵੱਡਾ ਸਰਦਾਰ ਜਿਹੜਾ ਮੋਢੀ ਸੀ ਖਾਨਦਾਨ ਦਾ ਉਹਦਾ ਨਾਂ ਕੀ ਦੱਸਿਆ ਜੇ? ਉਹਦੇ ਨਾਂ ਦੇ ਪਹਿਲੇ ਗੰਡਾ ਸਿੰਘ ਦੇ ਕਿੰਨੇ ਪੁੱਤਰ ਸਨ? 5 ਕੀ ਨਾਮ ਸਨ ਉਹਨਾਂ ਦੇ? ਕੀ ਨਾਮ ਸਨ ਉਹਨਾਂ ਦੇ? ਨਾਂ ਤੇ ਫਿਰ ਅੱਗੋਂ ਹੁਣ ਤੈਨੂੰ ਪਤਾ ਸਾਡੇ ਤੇ ਹੁਣ ਤੋਂ ਪਹਿਲੋਂ ਦਾ ਪਿੰਡ ਹੈ। ਠੀਕ ਹੈ ਨਾਂ ਦੇ ਮੋਢੀ ਉਹ ਸੀ ਗੰਡਾ ਸਿੰਘ। ਅੱਛਾ 5 ਉਹਦੇ ਪੁੱਤਰ ਸਨ। ਤੁਸੀਂ ਕਿਹਨੂੰ ਜਾਣਦੇ ਸੀ? ਮੈਂ ਤੇ ਅਗਲੇ ਭੋਜ ਨੂੰ ਜਾਣਦਾ। ਅੱਛਾ ਕਿਹਨੂੰ ਜਾਣਦੇ? ਆ ਜਪਾਲਾ ਸਿੰਘ ਆ ਜਗ ਸਿੰਘ ਫਲਾਣਾ। ਅੱਛਾ ਇੱਕ ਪੱਤੀ ਸੀ ਦੇਖੀ ਜਾਂਦਾ ਫਰਾਵਾਂ ਵਾਲੀ ਫਰਾਵਾਂ ਵਾਲਾ ਖੂਹ ਸੀ। ਅੱਛਾ ਫਰਾਵਾਂ ਵਾਲਾ ਖੂਹ। ਅੱਛਾ ਜੀ ਉਹ ਸਾਨੂੰ ਦੇਖੀ ਜਾਂਦਾ ਪਾਲਾ ਸਿੰਘ ਜਗ ਸਿੰਘ ਕਰਮ ਸਿੰਘ। ਫਰਾਵਾਂ ਵਾਲੇ ਖੂਹ ਦੀ ਜਿਹੜਾ ਉਹ ਕਿਹੜਾ ਮਾਲਕ ਸੀ? ਫਰਾਵਾਂ ਵਾਲੇ ਖੂਹ ਦਾ ਕਿਹੜਾ ਮਾਲਕ ਸੀ? ਮਾਲਕ ਉਹ ਸਾਨੂੰ ਅੱਗੋਂ ਉਹਨਾਂ ਦੇ ਪੁੱਤਰ ਪੁੱਛ ਰਹੇ। ਅੱਛਾ ਕਿਹਦਾ ਨਾਮ ਵੱਡਿਆਂ ਚੋਂ ਯਾਦ ਹੈ ਤੁਹਾਨੂੰ? ਨਾਂ ਉਹਨਾਂ ਦਾ ਮੈਨੂੰ ਯਾਦ ਹੈ ਇਹ ਬਾਬਾ ਕਰਮ ਸਿੰਘ। ਅੱਛਾ ਜੀ ਤੇ ਰੱਬ ਦੇ ਪਰ ਕਰੇ ਬਾਗਾ ਸਿੰਘ। ਅੱਛਾ ਜੀ ਤੇ ਉਹਨਾਂ ਨੂੰ ਪੁੱਛਣਾ ਨਾ ਦੋ ਹੀ ਸਨ ਆਖਣਾ
ਏ ਬਾਬਾ ਕਰਮ ਸਿੰਘਾ ਬਾਗਾ ਸਿੰਘ ਕਿੱਥੇ? ਉਹ ਪੁੱਤਰਾ ਤੈਨੂੰ ਕੀ ਦੱਸਾਂ? ਬਾਗਾ ਸਿੰਘ ਜਾ ਵੀ ਸੱਸਣੀ ਤੇ ਆ ਵੀ ਸੱਸਣੀ। ਅੱਛਾ। ਤੇ ਜਿਹੜਾ ਸੀ ਆਉਰਾਂ ਇਹ ਸਨ ਦੇਖੇ ਨਾ ਦਾ ਲਾਣਾ ਸਿੰਘ ਜੀ। ਅੱਛਾ ਜੀ। ਆਈ ਆਉਰਾ ਕੂ। ਅੱਛਾ ਜੀ। ਤੇ ਅੱਗੋਂ ਅੱਲਾ ਕੀਤਾ ਤੇ ਫਿਰ ਆ ਪੀਰੂ ਵਾਲੀ ਹੈ ਖੂਹ ਦੇ ਨਾਲ ਪੀਰੂ ਵਾਲੀ ਹੈ ਸੀ। ਅੱਛਾ ਜੀ। ਇਸ ਤਰ੍ਹਾਂ ਹੀ ਬਸ ਨਾਂ ਸਨ ਗਿਰਲੇ ਦੇ। ਅੱਛਾ ਤੇ ਤੈਨੂੰ ਪਤਾ ਵੱਡਿਆਂ ਦੇ ਨਾਂ ਹੁੰਦੇ ਨੇ, ਨਿੱਕਿਆਂ ਦਾ ਸਾਨੂੰ ਕੀ ਪਤਾ ਜਿਹੜੇ ਉੱਤਰ ਜੰਮੇ ਨੇ। ਨਹੀਂ, ਜਿਹੜੇ ਇੱਧਰ ਦੇ ਜੰਮ ਨੇ ਆਹੋ ਉਹਨਾਂ ਦਾ ਤੇ ਨਾਵਾਂ ਦਾ ਪਤਾ। ਅੱਛਾ। ਉਹ ਕਿਸੇ ਦਾ ਸਜੜੀ, ਕਿਸੇ ਦਾ ਨਾਮਾ, ਕਿਸੇ ਦਾ ਕੋਈ ਇਹ ਨਾਂ ਸਨ ਉਦੋਂ। ਅੱਛਾ। ਤਾਂ ਤੁਹਾਡੇ ਹਾਣੀ ਕੀ ਕਿਹੜੇ ਕਿਹੜੇ ਸਨ, ਉਹਨਾਂ ਦੇ ਨਾਂ ਦੱਸੋ। ਸਾਡੇ ਹਾਣੀ? ਹਾਂਜੀ। ਸਾਡੇ ਹਾਣੀ ਐਸਾ ਨਾ ਲੇਕਿਨ ਦਾ ਗਿਆਨੀ ਹੋਰੀ। ਅੱਛਾ। ਵਿਰਕ ਸਨ ਉਹ ਵੀ? ਆਹੋ। ਇਹ ਵਿਰਕ ਸਰ ਸਾਰੇ ਸਿੱਖ ਇਹ ਸਨ? ਸਾਰੇ ਵਿਰਕੀ ਨੇ ਫਿਰ ਅੱਛਾ। ਗਿਆਨੂ ਹੋਰ ਇਸ ਤਰ੍ਹਾਂ ਦੀ ਕਿਸੇ ਦਾ ਨਾ ਕੋਈ ਸਜਣੀ ਗਈ ਇਸ ਤਰ੍ਹਾਂ ਨਾ ਸਨ। ਅੱਛਾ। ਹੁਣ ਇੰਨੀ ਤੈਨੂੰ ਪਤਾ ਉਮਰ ਹੋ ਗਈ ਹੈ, ਨਹੀਂ ਨਾ ਚੇਤਾ ਰਹਿੰਦੇ ਇਹ ਤੇ ਫਿਰ ਕੋਈ ਵਿਰਲਿਆਂ ਦੇ ਨਾ ਵੱਡਿਆਂ ਦੇ ਹੁੰਦੇ। ਹਾਂਜੀ ਹਾਂਜੀ। ਅੱਛਾ, ਜਿਸ ਟਾਈਮ ਇੱਥੇ ਰਹਿੰਦੇ ਰਹੇ ਹੈ ਵੱਡੇ ਜ਼ਿਮੀਂਦਾਰ ਉਹ ਹੀ ਸਨ, ਇੱਕ ਹੀ ਘਰ ਸੀ, ਇੱਕੋ ਦੀ ਔਲਾਦ ਸੀ ਜੀ ਆ ਜਨ? ਇੱਕੋ ਦੀ ਔਲਾਦ ਸੀ। ਤੇ ਕਿਸੇ ਦੇ ਜੀ ਬਹੁਤੇ ਹੋ ਗਏ, ਕਿਸੇ ਦਾ ਇੱਕ ਅੱਧਾ ਰਹਿ ਗਿਆ। ਠੀਕ ਹੈ। ਤੇ ਮੇਲ ਵਰਤਾਅ ਕਿਸ ਤਰ੍ਹਾਂ ਦਾ ਸੀ ਮੁਸਲਮਾਨਾਂ ਦੇ ਨਾਲ? ਉਹਨਾਂ ਨਾਲ ਚੰਗੇ ਸਨ? ਅੱਛਾ ਅੱਛਾ। ਸੀ ਜਿੱਥੇ ਉਹ ਭੈਣ ਦਾ ਇਹਨਾਂ ਕੋਈ ਯਾਦ ਕਰਨਾ। ਹਾਂਜੀ। ਨਾ ਕੰਨਿਆ ਆਈ। ਹਾਂ। ਚਾਹੇ ਹਿੰਦੂਆਂ ਦੀ ਚਾਹੇ ਮੁਸਲਮਾਨਾਂ ਦੀ ਸੀ। ਹਾਂ ਹਾਂ ਹਾਂ। ਇਸ ਗੱਲੋਂ ਤੇ ਹੁਣ ਜਦੋਂ ਨਾ ਉਹ ਯਾਦ ਪੂਰੀ ਰਹਿ ਗਿਆ। ਹੁਣ ਜਿਹਦੀ ਧੀ ਉਹਦੀ ਧੀ, ਉਹਦੀ ਭੈਣ ਉਹਦੀ ਭੈਣ ਹੈ ਕਿ ਨਹੀਂ? ਹਾਂਜੀ। ਹਮਦਰਦ ਸਨ ਮੁਸਲਮਾਨਾਂ ਦੇ ਨਾਲ, ਹਮਦਰਦੀ ਕਰਦੇ ਸਨ ਮੁਸਲਮਾਨਾਂ ਦੇ ਮਾੜਿਆਂ ਨਾਲ। ਸਾਹਿਬ ਉਹ ਚਲੋ ਨਿਉਂਦਰਾ ਭਾਜੀ ਸਾਂਝਾ ਸੀ। ਅੱਛਾ। ਵਿਆਹਾਂ ਸ਼ਾਦੀ ਨਿਉਂਦਰਾ ਪਾਉਂਦੀ ਸਾਂਝਾ ਸੀ। ਜਿਸ ਤਰ੍ਹਾਂ ਸੀ ਜਿਹੜੇ ਮੁਸਲਮਾਨ ਸਨ, ਸਾਡੀ ਰੋਟੀ ਵੱਖਰੀ ਪੱਕਦੀ ਸੀ। ਅੱਛਾ। ਉਹਨਾਂ ਦੀ ਵੱਖਰੀ ਪੱਕਦੀ ਸੀ। ਅੱਛਾ। ਪਕਾਉਂਦੇ ਉਹ ਹੀ ਸਨ ਸਰਦਾਰ ਹੀ? ਨਹੀਂ ਪਕਾਉਣੇ ਉਹ ਸਰਦਾਰ ਹੀ। ਆਹੋ। ਅੱਛਾ ਅੱਛਾ। ਤੇ ਜਿਹੜੇ ਮੁਸਲਮਾਨ ਇੱਥੇ ਸਨ ਉਹ ਜ਼ਿਮੀਂਦਾਰ ਨਹੀਂ ਸਨ ਹੈਗੇ? ਨਹੀਂ। ਅੱਛਾ। ਜਿਵੇਂ ਮੁਸਲਮਾਨ ਹੀ ਕੋਈ ਉਹ ਕਮੀ ਕਮੀਨ ਜੋ ਬੈਠੇ ਸਨ। ਅੱਛਾ। ਦੋ ਘਰ ਬਰਾਸੀਆਂ ਦੇ ਸਨ। ਅੱਛਾ। ਤੇ ਕੋਈ ਰਾਈਆਂ ਦੇ ਉਸਨੂੰ ਜਲੰਧਰ ਲਵਾਏ ਸਨ, ਉਹ ਬੈਠੇ ਸਨ। ਅੱਛਾ। ਦਾਤੇ ਆਏ ਕੋਈ ਕਿਲੋ ਇਸੇ ਤਰ੍ਹਾਂ ਲੋਕੀ ਭੁੱਖ ਮਰੇ ਲੈ ਆ ਜਾਂਦੇ। ਉਹ ਹੁੰਦਾ ਕੀ ਸੀ? ਹਾਂ ਹਾਂ। ਇੱਥੇ ਨਾਰ ਪੈਂਦੀ ਸੀ ਪਹਿਲੋਂ। ਅੱਛਾ। ਤੇ ਨਾਰ ਦਾ ਪਾਣੀ ਲੱਗਦਾ ਸੀ ਤੇ ਫਸਲ ਹੁੰਦਾ ਸੀ। ਤੇ ਲੋਕੀ ਆ ਜਾਂਦੇ ਸਨ ਤੇ ਆਪਣਾ ਮਿਹਨਤ ਮੁਸ਼ੱਕਤ ਕਰਕੇ ਖਾਂਦੇ ਪੀਂਦੇ ਰਹਿੰਦਾ। ਫਿਰ ਇੱਥੇ ਡੇਰਾ ਲਾ ਲੈਣਾ। ਅੱਛਾ। ਤੇ ਨਾਲੇ ਉਦੋਂ ਸਾਸਨ ਪਿੰਡੀ ਚੋਂ ਕਦੋਂ ਕੋਈ ਚੀਜ਼ ਜਾਣ ਦੇਣਾ ਸੀ। ਜੇ ਉਹ ਜੀ ਗੱਲ ਹੋਣੀ ਤੇ ਅਗਲੇ ਨੂੰ ਆਖਣਾ ਲੱਗੇ ਤੂੰ ਮੇਰੇ ਪਿੰਡੋਂ ਨਿਕਲ ਜਾ। ਉਹ ਪਿੰਡੋਂ ਕੱਢਣਾ ਬੜਾ ਘਾਟਾ ਸਮਝਦੇ ਸਨ। ਘਾਟਾ ਸਮਝਦੇ ਉਦੋਂ, ਮਤਲਬ ਇੰਨਾ ਹੁੰਦਾ ਸੀ ਕਿ ਬਈ ਸਾਡੇ ਕੋਲੋਂ ਕੋਈ ਗਲਤੀ ਨਾ ਹੋ ਜਾਏ ਕਿ ਜਿਹੜਾ ਸਾਡਾ ਕੰਮ ਆ ਸਾਡੇ ਕੋਲ ਪਿੰਡ ਛੱਡ ਕੇ ਚਲੇ ਜਾਏ। ਹੈ ਤੇ ਹੁਣ ਕਹਿੰਦੇ ਇਹਨੂੰ ਪਿੰਡੋਂ ਕੱਢੋ, ਇਹਦੇ ਘਰ ਤੇ ਕਬਜ਼ਾ ਕਰੋ। ਇੰਝ ਹੈ ਨਾ ਜੀ। ਉਦੋਂ ਚੰਗੇ ਸਨ ਜੀ। ਖੁਆ ਉਹ ਜਿਹੜਾ ਨਾ ਮੁਸਲਮਾਨ ਸਨ, ਖੁਆ ਹਿੰਦੂ ਸੀ, ਖੁਆ ਉਹ ਸਿੱਖ ਸੀ। ਉਦੋਂ ਵੇਲੇ ਜਿਹੜਾ ਨਾ ਉਹ ਹਮਦਰਦੀ ਦਾ ਸੀ, ਲੋਕ ਹੈ ਸੀ ਉਹਨਾਂ 'ਚ ਡਰ, ਅੱਲਾ ਦਾ ਡਰ ਹੈ ਸੀ। ਇਹ ਜਿਹੜੇ ਹੁਣ ਵਿਰਕ ਨੇ, ਹਾਂਜੀ, ਇਹ ਉਦੋਂ ਇੱਕੋ ਹੀ ਢਿੱਡ ਪੇਟ ਸਨ ਸਾਰੇ। ਹਾਂਜੀ ਹਾਂਜੀ। ਇਹ ਵਿੱਚੋਂ ਕਈ ਮੁਸਲਮਾਨ ਹੋ ਗਏ। ਅੱਛਾ। ਤੇ ਕਈ ਉਸੇ ਤਰ੍ਹਾਂ ਹੀ ਰਹਿ ਗਏ। ਇੱਥੇ ਰਹਿੰਦੇ ਰਹੇ ਜਿਹੜੇ ਹਿੰਦੂ ਸਿੱਖ ਜਿਹੜੇ ਸਨ ਸਰਦਾਰ ਵਿਰਕ, ਉਹਨਾਂ 'ਚ ਕੋਈ ਮੁਸਲਮਾਨ ਨਹੀਂ ਹੋਇਆ? ਨਹੀਂ। ਇੱਥੇ ਉਹਨਾਂ ਦੇ ਖੂਹ ਕਿਹੜਾ ਕਿਹੜੇ ਦੱਸੇ ਜੇ? ਖੂਹ ਇੱਕ ਆ ਤੇ ਪਿਛੌੜੇ ਵਾਲਾ ਉਹ ਪੂਰਿਆ ਗਿਆ। ਅੱਛਾ ਜੀ। ਉੱਥੇ ਕਬੂਏ ਵਾਲਾ ਸੀ। ਅੱਛਾ ਜੀ। ਉੱਥੇ ਇਮਾਰਤ ਹੋ ਗਈ। ਅੱਛਾ। ਇੱਥੇ ਵੀ ਇਮਾਰਤ ਹੋ ਗਈ। ਅੱਛਾ ਅੱਛਾ। ਹੋਰ ਇੱਕ ਖੂਹ ਉਹ ਉੱਥੇ ਸੀ ਵਪਾਰ। ਅੱਛਾ ਜੀ। ਇੱਕ ਉਹ ਲੜਦਾ ਸੀ ਤੇ ਕਈ ਖੂਹ ਜਿਹੜੇ ਸਨ ਪਹਿਲੋਂ ਸਾਡੇ ਤੋਂ ਪੂਰੇ ਗਏ। ਬਾਰੀ ਬਾਰੀ ਕਿਲੀ ਖੂਹ ਲੱਗਾ। ਹਾਂ ਹਾਂ ਹਾਂ। ਜਿਸ ਟਾਈਮ ਇੱਥੋਂ ਉਹ ਗਏ ਨੇ, ਕਿਸ ਤਰ੍ਹਾਂ ਦਾ ਮਾਹੌਲ ਬਣਿਆ ਜਾਣ ਦਾ ਉਹਨਾਂ ਦਾ? ਕਿਸ ਤਰ੍ਹਾਂ ਉਹਨਾਂ ਦੇ ਨਾਲ ਜਿਹੜਾ ਨਾ ਇਹ ਬਣਿਆ ਉਹ ਥੋੜੀ ਜਿਹੀ ਦੱਸੋ ਹਾਂ ਸਾਨੂੰ। ਉਹ ਮੈਂ ਤੁਹਾਨੂੰ ਦੱਸ ਜੀ। ਹਾਂ। ਉਹ ਜਦੋਂ ਗੜਬੜ ਪਈ ਹੈ ਨਾ, ਹਾਂਜੀ, ਇੱਕ ਤੇ ਜਿਹੜਾ ਲੱਭੜਦਾਰ ਸੀ ਨਾ ਭਾਗ ਸਿੰਘ। ਅੱਛਾ। ਇੱਥੋਂ ਨੰਬਰਦਾਰ ਭਾਗ ਸਿੰਘ ਸੀ। ਹਾਂ, ਭਾਗ ਸਿੰਘ ਸੀ। ਤੇ ਉਹ ਆਪਣੀਆਂ ਨੂੰਹਾਂ ਨਾਲ ਕੇ ਨਾ ਪਹਿਲੋਂ ਹੀ ਨਿਕਲ ਗਿਆ ਸੀ ਉਸ ਤੋਂ। ਅੱਛਾ। ਰਿਆਸਤ ਪਟਿਆਲੇ 'ਚ। ਅੱਛਾ।
ਰੰਗੜ ਕੜਿਆਲ ਜਾ ਕੇ ਬੈਠੇ ਸਨ। ਰੰਗੜ ਕਰਿਆਲ, ਹਾਂ ਅੱਛਾ ਉੱਥੇ ਤੁਰ ਗਿਆ ਸੀ। ਅੱਛਾ ਜੀ। ਸੇਵਾ ਖਾਨ ਦੇਖੋ ਇਹ ਸਾਡੀ ਜ਼ਮੀਨ ਜੜਿਆ ਨੇ, ਸਾਨੂੰ ਕੌਣ ਚੁੱਕਣ ਵਾਲਾ। ਹਾਂ ਹਾਂ ਹਾਂ। ਉਹ ਫਿਰ ਜਦੋਂ ਜ਼ੋਰ ਪੈ ਗਿਆ ਨਾ, ਐਸੇ ਜਦੋਂ ਜਸਾ ਪਿਆ ਹੈ। ਅੱਛਾ ਮੱਜੂ ਚੱਕ, ਹਾਂ ਅੱਛਾ। ਮੱਜੂ ਚੱਕ ਬੜੀ ਕਸਲਾਮ ਹੋਈ ਸੀ ਹਿੰਦੂਆਂ ਦੀ ਤੇ ਸਿੱਖਾਂ ਦੀ। ਆਹੋ ਹਾਂ ਉਹ ਕਸਲਾਮ ਹੋਏ ਥੋੜੇ ਜਿਹੇ ਨਾਲ ਉਹ ਵੀ ਜਕਿਲਾ ਪੋਕਿਆਂ ਦਾ ਜਾਇਦਾਦ ਸੀ ਤੇ ਉਹ ਮੁਸਲਮਾਨ ਹੋ ਗਿਆ ਸੀ। ਅੱਛਾ ਜੀ। ਉਹ ਫਿਰ ਨਾਲ ਲੈ ਕੇ ਕੋਲੀ ਦੇ ਬੰਦਿਆਂ ਨੂੰ ਬਰਾਮ ਇੱਧਰ ਤੁਸੀਂ ਉਹਦੇ ਨਾਂ ਤੇ ਉਹ ਫਿਰ ਤੈਨੂੰ ਪਤਾ ਗੱਲ ਵੇ ਲੁੱਟ ਮਾਰ ਲੋਕੀ ਕਰਨ ਲੱਗ ਪਏ। ਹਾਂਜੀ ਹਾਂ ਲੁੱਟ ਮਾਰ। ਹੁਣ ਆ ਜਿਹੜਾ ਪਿੰਡ ਹੈ ਨਾ, ਹਾਂਜੀ, ਇਹਦੇ ਵਿੱਚ ਇਹਨਾਂ ਹਿਸਾਬ ਲਾ ਲਾ ਲੋਕਾਂ 7 ਪਿੰਡ ਲੁੱਟਦੇ ਰਹੇ ਨੇ ਇਸ ਪਿੰਡ ਨੂੰ। ਆਹੋ ਅੱਛਾ। ਤੇ ਫਿਰ ਵੀ ਜਿਹੜੀ ਸੀ ਨਾ ਕਣਕ, ਹਾਂਜੀ, ਜਿੰਨਾ ਚਿਰ ਅੱਗੋਂ ਪੱਕੀ ਨਹੀਂ ਨਾ, ਹਾਂਜੀ, ਉਹਨਾਂ ਚਿਰ ਦੇਖੀ ਨਾਲ ਜਿਹੜੇ ਮਹਾਜਰ ਆਏ ਨੇ ਸਾਰਿਆਂ ਨੂੰ ਖਰਚਾ ਮਿਲਿਆ। ਵਾਹ ਬਈ, ਇਹਨਾਂ ਅਨਾਜ ਇਕੱਠਾ ਕੀਤਾ ਸੀ ਇਹਨਾਂ ਨੇ। ਆਹੋ ਬਬਲੀ ਅਸੀਂ ਉਹਨਾਂ ਜਾ ਕੇ ਵਾਈ ਕੀਤੀ ਸੀ ਹਰੀਜ ਦੇ ਕੋਟ। ਅੱਛਾ। ਉਹ ਸਭ ਕਮ ਸੋ ਕਮ 100-200 ਮਣ ਤੋਂ ਉੱਥੋਂ ਲਿਆਂਦੀ ਸੀ। ਅੱਛਾ। ਹੁਸਿਆਂ ਦੇ ਅੰਦਰ ਹੀ ਭਰ ਛੱਡਦੇ ਸਨ। ਅੱਛਾ। ਹੁਣ ਅਗਰ ਦੇ ਨਾ ਉਦੋਂ ਖਰਚੇ ਕੋਈ ਨਹੀਂ ਸਨ ਵਾਈ ਦੇ ਏਡੇ। ਢੱਗਿਆਂ ਦੀ ਵਾਹੀ ਹੁੰਦੀ ਸੀ, ਨਾ ਕੋਈ ਦਵਾਈਆਂ ਹੁੰਦੀਆਂ ਸਨ, ਨਾ ਕੋਈ ਖਾਦਾਂ ਹੁੰਦੀਆਂ ਸਨ, ਰੂੜੀਆਂ ਪਾ ਛੱਡਦੀਆਂ। ਹਾਂਜੀ, ਤੇ ਰੂੜੀਆਂ ਪਾਣੀਆਂ ਤੇ ਉਸ ਤੋਂ ਬਾਅਦ ਜਿਹੜੇ ਆ ਤੇ ਇਹ ਹੱਥੀ ਕਰਨਾ। ਹੁਣ ਹੱਥੀ ਨਹੀਂ ਕਰਦੇ, ਹੁਣ ਹੱਥੀ ਨਹੀਂ ਕਰ ਇੰਝ ਹੀ ਹੈ। ਹੁਣ ਸਾਰਾ ਹੋ ਗਿਆ ਮਸ਼ੀਨੀ ਦੌਰ। ਹਾਂਜੀ, ਤੇ ਹੁਣ ਬਾਜਦਾ ਵੀ ਬਾਜਦਾ ਕੁਛ ਨਹੀਂ। ਅੱਛਾ, ਉਹ ਜਿਸ ਟਾਈਮ ਰੌਲੇ ਪਏ ਤੇ ਫਿਰ ਉਹ ਕਿੱਥੋਂ ਉਹ ਇੱਥੋਂ ਉੱਠੇ ਲੱਗਿਆ, ਕਿਸ ਤਰ੍ਹਾਂ ਕਹਾਣੀ ਹੋਈ? ਪਹਿਲੋਂ ਨਿਕਲੇ ਨੇ ਆਪਣੇ ਮਨੋਂ ਜਾਇਦਾਰ ਬਣ ਕੇ ਪਈ ਚੱਲਨੇ ਆ ਉਹਨਾਂ ਦੇ ਕੋਲ, ਤੇ ਐਸੇ ਦੇ ਕਿ ਨਾਲ ਮੁਸਲਮਾਨ ਹੋ ਗਿਆ ਉਹਦੇ ਕੋਲ ਆਸਰਾ ਕਰਨੇ ਆ। ਅੱਛਾ, ਹਰ ਪੋ ਕੇ। ਅੱਛਾ, ਖੱਜੇ ਖਰਾਬ ਹੋ ਗਏ ਇਸ ਤਰ੍ਹਾਂ ਆ ਗਏ ਨੇ, ਪਰ ਉਹ ਮੁਸਲਮਾਨ ਹੋ ਗਿਆ ਸੀ। ਅੱਛਾ ਅੱਛਾ। ਫਿਰ ਉਹ ਨਿਕਲੇ ਨੇ ਅੰਜ ਭੇੜ ਨੂੰ। ਅੱਛਾ। ਤਸਲੀ ਵੀ ਕਿ ਨਾਲ ਜਿਹੜਾ ਸੀ ਉੱਥੇ ਵੀ ਜਾਇਦਾਦ ਉਹਨਾਂ ਦੀ ਕੁੜੀ ਇੱਥੇ ਲਿਆਈ ਸੀ। ਅੱਛਾ। ਤੇ ਫਿਰ ਉਹ ਵੀ ਅੱਗੋਂ ਵੇਖਿਆ ਪਰ ਉਹ ਵੀ ਉੱਠ ਗਿਆ। ਅੱਛਾ। ਉੱਥੋਂ ਫਿਰ ਆਏ ਨੇ ਪਿੰਡ। ਅੱਛਾ। ਪਿੰਡੋਂ ਫਿਰ ਸਾਲੀ ਜਾ ਕੇ ਪਨਾਹ ਲਈ। ਅੱਛਾ। ਪਨਾਹ ਲੈ ਕੇ ਤੇ ਉਹ ਫਿਰ ਤੋੜ ਕੰਪ ਛੱਡ ਆਏ। ਅੱਛਾ, ਠੀਕ ਹੈ। ਮਤਲਬ ਕਿ ਇੱਥੇ ਪਿੰਡ ਦੇ ਵਿੱਚ ਜਿਹੜਾ ਨਾ ਉਹ ਅਮਨ ਸਕੂਨ ਦੇ ਨਾਲ ਹੀ ਫਿਰ ਮੇਲ ਮਿਲਾਪ। ਉਹ ਇੱਕ ਆਇਆ ਸੀ ਇਥੋਂ ਗੋਲੀ ਖਾ ਕੇ ਮੱਜੂ ਚੱਕੋ। ਉਹ ਇਸ ਪਿੰਡ ਦਾ ਸੀ? ਨਹੀਂ ਉਹ ਮੱਜੂ ਚੱਕ ਲਈ ਸੀ। ਅੱਛਾ। ਉਹ ਸਮਝੇ ਆਖਿਆ ਚਲੋ ਇਹ ਤੁਹਾਡੇ ਪਿੰਡ ਦੇ ਮੁਸਲਮਾਨ ਨੇ, ਇਹਨਾਂ ਨੂੰ ਤੇ ਚੁੱਕ ਲਈਏ ਜਿਹੜੇ ਚਾਰ ਘਰ ਆਏ ਨੇ। ਉਹਨਾਂ ਆਖਿਆ ਕਿ ਖਲੋਗੇ, ਉਹਨਾਂ ਆਖਿਆ ਗੱਲ ਨਹੀਂ ਆ ਦੁੱਧ ਕਿਉਂ ਪੀ ਲੈ ਤੇ ਅਗਰ ਰਾਇ ਖਾਓ। ਅੱਛਾ। ਇਹ ਅਸਾਂ ਇੱਕ ਨੂੰ ਹੱਥ ਲਾਇਆ ਤੇ ਅਸਾਰੀ ਵੀ ਮੁਸਲਮਾਨ ਨੇ, ਇਹ ਤੇ ਬੰਡਾਲਾ ਵੀ ਮੁਸਲਮਾਨ ਨੇ, ਸਾਡਾ ਕਿਸੇ ਬੱਚਾ ਨਹੀਂ ਜਾਣਦਾ। ਅੱਛਾ, ਮਤਲਬ ਕਿ ਮੱਜੂ ਚੱਕ ਦਾ ਹੈ ਸੀ ਉੱਥੇ ਕੋਈ ਸਿੱਖ ਸੀ? ਆਹੋ ਸਿੱਖ ਸੀ। ਅੱਛਾ। ਉੱਥੇ ਸਿੱਖ ਸੀ। ਉਹ ਸੰਤਾ ਸਿੰਘ ਜਿਹੜਾ ਸੀ ਨਾ, ਉਹਨੂੰ 6 ਮਹੀਨੇ ਬੰਨਣ ਦਾ। ਪਾਕਿਸਤਾਨ ਹਿੰਦੁਸਤਾਨ ਬਣ ਗਿਆ, ਉਹ ਉਧਰ ਚਲ ਗਏ, ਤੁਸੀਂ ਇੱਥੇ ਰਹਿ ਗਏ, ਉਹਨਾਂ ਚੋਂ ਮੁਸਲਮਾਨ ਕੋਈ ਨਹੀਂ ਹੋਇਆ। ਹਾਂਜੀ। ਅੱਛਾ। ਉਸ ਤੋਂ ਬਾਅਦ ਫਿਰ ਕੋਈ ਰਾਬਤਾ ਕੋਈ ਖਾਦ ਪੱਤਰ ਕੋਈ ਹੋਇਆ ਉਹਨਾਂ ਦੇ ਨਾਲ ਸਾਡਾ? ਹਾਂ। ਨਹੀਂ, ਇੱਥੇ ਜਿਹੜਾ ਆਇਆ ਉਹਦੇ ਨਾਲ। ਇੱਥੇ ਕੌਣ ਆਇਆ ਸਜੇ? ਬਲਵੀਰ ਸਿੰਘ। ਹਾਂਜੀ, ਬਲਵੀਰ ਸਿੰਘ। ਬਲਵੀਰ ਸਿੰਘ ਇਹ ਕਿਹਦਾ ਪੁੱਤਰ ਸੀ? ਇਹ ਟੇਕ ਸਿੰਘ ਦਾ। ਅੱਛਾ, ਟੇਕ ਸਿੰਘ ਦਾ। ਅੱਛਾ ਅੱਛਾ। ਟੇਕ ਸਿੰਘ ਜਦੋਂ ਇੱਧਰੋਂ ਗਿਆ ਉਹਦੀ ਕਿੰਨੀ ਕੁ ਉਮਰ ਸੀ ਉਦੋਂ? ਗੱਭਰੂ ਸੀ, ਜਵਾਨ ਸੀ ਤੁਹਾਡੇ ਤਰ੍ਹਾਂ ਹੀ? ਆਹੋ। ਤੁਸੀਂ ਕੀ ਮਹਿਸੂਸ ਕੀਤਾ ਜਿਸ ਟਾਈਮ ਉਹ ਇੱਧਰ ਆਇਆ ਤੇ ਕਿਸ ਤਰ੍ਹਾਂ ਕਰਕੇ ਉਹ ਜ਼ਰਾ ਥੋੜੀ ਜੀ ਦੱਸੋ ਹਾਂ ਕਹਾਣੀ। ਪਹਿਲਾਂ ਤਾਂ ਉਹਨਾਂ ਨੂੰ ਪਿੰਡ ਲਈ ਨਹੀਂ ਸੀ ਪਤਾ ਲੱਗਦਾ। ਅੱਛਾ। ਉਹ ਆਏ ਨੇ, ਉੱਥੇ ਆਏ ਨੇ ਇਮਨਾਬਾਦ। ਅੱਛਾ ਜੀ। ਉੱਥੇ ਜਿਹੜਾ ਸੀ ਗੱਗੜ ਦਾ ਦੇਖਣਾ, ਉੱਥੇ ਇੱਕ ਕਸ਼ਮੀਰੀ ਮੁੰਡਾ ਸੀ ਪੁਲਿਸ ਵਿੱਚ। ਅੱਛਾ ਜੀ। ਉਹ ਗੁਰਦੁਆਰੇ ਦੇ ਪਾਰਾ ਤੇ ਰੱਖਦੇ ਨੇ ਨਾ। ਹਾਂਜੀ ਹਾਂਜੀ। ਉਹ ਜੇ ਉਹਨੂੰ ਪੁੱਛਣ ਲੱਗੇ ਤੇ ਗੱਲ ਉਹਨਾਂ ਦੀਪਕਪੁਰ ਜਾਣਾ, ਪਾਸ ਇਹਨਾਂ ਦੇ ਕੋਲ ਹੁੰਦਾ। ਹਾਂਜੀ। ਪਾਸ ਵਾਲੇ ਨੂੰ ਨਹੀਂ ਪਤਾ ਛੇੜ ਸਕਦੇ। ਹਾਂਜੀ ਹਾਂਜੀ। ਉਹ ਜਿਸ ਉਹ ਹਮਾਰ ਫਿਰ ਇਹਨਾਂ ਦੇ ਜਿਹੜੇ ਉਸਲੋਂ ਅਸੀਂ ਇੱਥੋਂ ਜਾਈਏ ਸਾਨੂੰ ਵੀ ਹਾਜ਼ਰੀ ਲਵਾਉਣੀ ਪੈਂਦੀ ਉਸਲ। ਹਾਂਜੀ ਹਾਂਜੀ।
ਜਾ ਕੇ ਥਾਣੇ ਨੂੰ ਹਾਜ਼ਰੀ ਲਵਾਉਣੀ ਪੈਂਦੀ, ਵੱਡੇ ਨੇ ਵੀ ਤੇ ਰਾਤ ਨੂੰ ਵੀ। ਜੀ ਜੀ। ਅੱਛਾ, ਉਹਦੇ ਉੱਥੇ ਪੁੱਛਿਆ ਸੂ ਵੀ ਮੈਂ ਡੀਪੇਪੁਰ ਯਾਰ ਕਿੱਥੇ ਗਏ। ਅੱਛਾ। ਉਹ ਸਕਿਆ ਡੀਪੇਪੁਰ ਤੂੰ ਇੰਜ ਕੰਮ ਕਰੀ, ਮੇਰੇ ਨੇ ਨਾਨਕੇ ਉੱਥੇ। ਅੱਛਾ। ਤੇ ਤੂੰ ਜਾਈ ਕਾਮੋਂ ਕੀ। ਅੱਛਾ ਜੀ। ਕਾਮੋਂ ਕੀ ਆਇਆ ਤੇ ਅੱਗੋਂ ਆ ਜਿਹੜਾ ਮਹਿਲ ਨੇ ਨਾ ਜਿੱਥੇ ਪਰ ਜਿੱਥੇ ਆ ਜਿਹੜੇ ਅੰਜ ਮਕਾਨ ਪਏ, ਹਾਂ ਹਾਂ। ਇੱਥੋਂ ਦਾ ਦੋਸਤ ਸੀ, ਉਹ ਅੱਗੇ ਝਾਣ ਘੜੀ ਲੈ ਕੇ ਖੜਾ ਹੈ। ਅੱਛਾ। ਉਹਨੂੰ ਆਣ ਕੇ ਪੁੱਛਿਆ, ਹੋ ਸਕਿਆ ਮੇਰੇ ਘਰ ਮਹਿਲੀ ਨੇ ਦੀਪੇਪੁਰ ਕਿੱਥੇ ਹੈ, ਨਾਲ ਹੀ ਮੇਰੇ ਨਾਨਕੇ ਉਸੇ ਨੇ। ਅੱਛਾ। ਉਹ ਫਿਰ ਲੈ ਕੇ ਇੱਥੇ ਆਇਆ। ਅੱਛਾ ਅੱਛਾ ਅੱਛਾ। ਫਿਰ ਉਹ ਜਿਸ ਟਾਈਮ ਆਇਆ, ਫਿਰ ਉਹ ਕਿਸ ਤਰ੍ਹਾਂ ਤੁਸੀਂ ਉਹਨੂੰ ਮਤਲਬ ਸ਼ਨਾਖਤ ਕੀਤੀ ਉਹਦੀ, ਜਾਂ ਕਿਸ ਤਰ੍ਹਾਂ ਸ਼ਨਾਖਤ ਇਸ ਤਰ੍ਹਾਂ ਹੀ ਕੀਤੀ ਸੀ। ਅੱਛਾ। ਉਹ ਜੋ ਉੱਥੋਂ ਦਾ ਜੰਮ ਸੀ। ਹਾਂਜੀ ਹਾਂਜੀ। ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਵੀ ਗੱਲ ਕਰ ਤੂੰ ਕਿਹੜੀ ਪੱਤੀ ਦਾ ਹੈ। ਅੱਛਾ। ਉਹ ਜਿਸ ਵੇਲੇ ਪੁੱਛਿਆ, ਮੈਂ ਉਹ ਸਕਿਆ ਮੈਨੂੰ ਪੱਤੀ ਦਾ ਨਹੀਂ ਪਤਾ। ਅੱਛਾ। ਮੈਂ ਕਿਹਾ ਮੈਨੂੰ ਪਿਓ ਦਾ ਨਾਮ ਦੱਸ। ਅੱਛਾ। ਉਹ ਸਕਿਆ ਮੈਂ ਟੇਕ ਸਿੰਘ ਦਾ ਪੁੱਤਰ ਹਾਂ। ਅੱਛਾ। ਮੈਂ ਕਿਹਾ ਟੇਕ ਸਿੰਘ ਜਿਹੜਾ ਸੀ ਨਾ, ਮੈਂ ਕਿਹਾ ਆਹ ਬੋਰਡ ਵਾਲਾ ਘਰ ਜਿਹੜਾ ਇੱਥੇ ਸਤਾਏ ਦਾ ਸੀ। ਅੱਛਾ। ਤੇ ਉਹ ਮੈਂ ਕਿਹਾ ਪਿੰਡ ਦੇ ਵਿੱਚ ਪਰ ਮੋੜ ਨੂੰ ਤੇ ਉਹਨਾਂ ਦਾ ਘਰ ਸੀ। ਅੱਛਾ ਜੀ। ਮੈਂ ਕਿਹਾ ਇਹ ਤੁਹਾਡਾ ਘਰ ਸੀ। ਮੈਂ ਕਿਹਾ ਦੋਵੇਂ ਭਰਾ ਸਨ। ਹਾਂਜੀ। ਮੈਂ ਕਿਹਾ ਸਰਾਬੇ ਤੁਸੀਂ ਇਸ ਪੱਤੀ ਦੇ ਸੋ ਸਲੱਖਾ ਲੱਭੜ। ਅੱਛਾ ਜੀ। ਤੇ ਇਹ ਦੋ ਹਾਂਜੀ। ਤਿੰਨ। ਹਾਂਜੀ। ਹਾਂ। ਤੇ ਮੈਂ ਕਿਹਾ ਫਲਾਣੇ ਫਲਾਣੇ ਸਾਡੀ ਸ਼ਾਦੀ ਹੋਈ ਸੀ। ਅੱਛਾ। ਆਖਣ ਕਿ ਸਾਨੂੰ ਠੰਡ ਪੈ ਗਈ। ਹੁਣ ਠੰਡ ਪੈ ਗਈ। ਕੋਈ ਤੇ ਹੈਗਾ ਸਾਡੀਆਂ ਯਾਦਾਂ ਦੱਸਣ ਵਾਲਾ ਹੈ। ਹਾਂ। ਆਹੋ। ਇਹ ਜਿਸ ਟਾਈਮ ਉਹ ਇੱਥੋਂ ਗਏ ਨੇ, ਫਿਰ ਉਹਨੇ ਕੀ ਦੱਸਿਆ, ਖੈਰ ਨਾਲ ਹੀ ਪਹੁੰਚ ਗਏ ਉੱਥੇ। ਪਹੁੰਚ ਗਏ। ਅੱਛਾ। ਹੁਣ ਉਹ ਕਿੱਥੇ ਬੈਠੇ ਨੇ ਇੰਡੀਆ ਜਾ ਕੇ? ਹੁਣ ਯਾਰ ਉਹ ਖਿਲਣ ਗਏ ਨੇ। ਅੱਛਾ, ਇੱਕ ਪਿੰਡ 'ਚ ਨਹੀਂ ਬੈਠੇ? ਨਹੀਂ। ਅੱਛਾ। ਉਹ ਬਈ ਅਸੀਂ ਡਾਂਡੇ ਵਿੱਚ ਹਾਂਜੀ। ਜਿਹੜਾ ਸੀ ਇੱਕ ਘਰ। ਹਾਂਜੀ। ਉਹਦੇ ਭਰਾ ਬੜੇ ਸ਼ਾਹਜੂਰ ਸਨ। ਅੱਛਾ। ਉਹ ਬੰਦੇ ਉਹਦਾ ਕਤਲ ਹੋ ਗਏ ਸਨ। ਉਹਨੂੰ 20 ਸਾਲ ਹੋ ਗਏ ਸਨ, ਉਹਨਾਂ ਨੂੰ ਕਤਲ ਹੋਇਆ। ਇਹ ਪਾਕਿਸਤਾਨ ਦੇ ਵਿੱਚ ਹੀ? ਆਹੋ। ਅੱਛਾ। 20 ਸਾਲ ਹੋ ਗਏ ਸਨ ਕਤਲ ਹੋਇਆ ਨੂੰ। ਅੱਛਾ, ਉਹਨਾਂ ਕੋ ਕਤਲ ਹੋ ਗਏ ਸਨ? ਆਹੋ। ਅੱਛਾ। ਉਹ ਕਤਲ ਹੋ ਗਏ ਸਨ ਤੇ ਉਹਦੇ ਵੈਸੇ ਨੇ ਇੱਕ ਜਿਹਦੇ ਭਰਾ ਹੁਣ ਅੱਗੇ ਉਹ ਅੱਗੇ ਕੋਈ ਦੋ ਨਸੇ ਸਨ, ਉਹ ਅੱਗੇ ਹੀ ਉੱਥੇ ਸਨ। ਅੱਛਾ ਅੱਛਾ। ਉਹ ਅੱਗੋਂ ਆਣ ਕੇ ਲੈ ਗਏ ਸਨ ਇਹਨਾਂ ਨੂੰ। ਅੱਛਾ ਅੱਛਾ। ਹਾਂ। ਠੀਕ ਹੈ। ਔਲਾਦ ਉਹਨਾਂ ਦੀ ਇੱਥੇ ਹੀ ਸੀ। ਅੱਛਾ। ਤੇ ਉਹ ਫਿਰ ਤੈਨੂੰ ਪਤਾ ਗੱਲ ਵੇਖ ਕੇ ਕਾਤਲ ਨੂੰ, ਫਿਰ ਭਰਾ ਨੂੰ ਵੇਖ ਕੇ ਤੇ ਫਿਰ ਉਸ ਬਹਿ ਨਹੀਂ ਸੀ ਸਕਦਾ। ਉਹ ਫਿਰ ਨਸਿਆ ਉਥੋਂ ਤੇ ਆਇਆ ਇੱਥੇ ਸ਼ਾਹਪੁਰ ਕਟਾਇਆ ਸੂ ਵਾਲ ਮੁਸਲਮਾਨਾਂ ਅੰਗਰਾਂ। ਅੱਛਾ। ਮੇਡੀਆਂ ਬਣਾਈਆਂ ਸੂ। ਅੱਛਾ। ਹੈਂ ਲਵਾਂ ਕਟਾਈਆਂ ਸੀ। ਅੱਛਾ। ਕਟਾ ਕਟੂ ਕੇ ਤੇ ਇੱਥੇ ਆ ਗਿਆ। ਅੱਛਾ। ਇਸੇ ਫਿਰ ਇਹ ਜਿਹੜੇ ਸਨ ਅਸਾਰੀ ਵਾਲੇ ਇਹ ਦੰਦ ਸੀ ਲੱਗਦੀ ਇਹਨਾਂ ਕੋਲ 20 ਵਾਰੀ ਪੋਤੀ ਲਈ, ਇੱਕ ਪੋਤੀ ਦੇ ਵੱਟੇ ਗਾਂ ਲਈ ਸੀ 20 ਵਾਰੀ। ਅੱਛਾ। ਤੇ ਤੈਨੂੰ ਪਤਾ ਹੀ ਰਹਿੰਦੇ ਇਹਨਾਂ ਕੋਲ ਫੜ ਕੇ ਫਿਰ ਕੁਰਸੀ ਸਾਹਿਬ ਤੇ ਮੈਂ ਕਰ ਦਿੱਤਾ ਉਸ ਲਈ। ਅੱਛਾ ਅੱਛਾ। ਉਹ ਕਿਤੇ ਲਾਮੇ ਜਾ ਬੈਠੇ, ਕੋਈ ਕਿਰੇ ਜਾ ਬੈਠਾ, ਕੋਈ ਕਿਰੇ ਜਾ। ਅੱਛਾ ਅੱਛਾ। ਜਿਵੇਂ ਤੁਹਾਡਾ ਛੱਟਾ ਮਾਰ। ਮਤਲਬ ਉਹ ਸਾਰੇ ਖਿੱਲਰ ਪੁੱਲਰ ਗਏ ਜਿਹੜੇ ਇੱਥੋਂ ਗਏ ਨੇ ਫਿਰ? ਆਹੋ। ਤੇ ਉਹ ਜਿਹੜੇ ਕਤਲ ਉਹਨਾਂ ਕੋ ਹੋਏ ਸਨ ਇਸ ਪਿੰਡ 'ਚ ਹੀ ਹੋਏ ਸਨ ਕਿ ਬਾਹਰ ਕਿਤੇ ਹੋਏ ਸਨ? ਸਾਡੇ ਪਿੰਡ ਦੇ ਕੋਲੋਂ ਆਪੇ ਚਾਚੇ ਬਾਬਿਆਂ ਦੇ ਆਪਸ 'ਚ ਹੀ ਕਤਲ ਕੀਤੇ ਸਨ? ਆਹੋ। ਅੱਛਾ ਅੱਛਾ। ਆਪਸ 'ਚ ਹੀ ਲੜੇ ਸਨ। ਉਹ ਵਜ੍ਹਾ ਦੇ ਤੈਨੂੰ ਪਤਾ ਜੱਟ ਕਦੋਂ ਤੁਸੀਂ ਖਲੋਂਦੇ ਹੋ। ਹਾਂ। ਜਿਹਦਾ ਜ਼ੋਰ ਹੋ ਜਾਏ ਉਹ ਆਂਦਾ ਮੈਂ ਪਾਣੀ ਲਾ ਲਿਆ, ਮੈਂ ਆਪਣੀ ਸਾਰੀ ਪਿਆ ਕੇ ਛੱਡਣੀ ਹੈ। ਲਓ ਜੀ, ਬੜੀ ਮਿਹਰਬਾਨੀ ਤੁਹਾਡੀ ਤੇ ਤੁਸੀਂ ਟਾਈਮ ਦਿੱਤਾ। ਤੇ ਆਪਣੇ ਜਿਹੜੇ ਪਿੰਡ ਦੇ ਵਾਸੀ ਸਨ, ਜਿਹੜੇ ਇਸ ਪਿੰਡ 'ਚ ਰਹਿੰਦੇ ਸਨ, ਉਹਨਾਂ ਨੂੰ ਕੋਈ ਆਪਣਾ ਕੋਈ ਪੈਗਾਮ ਦੇ ਦਿਓ। ਪੈਗਾਮ ਕੀ ਦੇਣਾ ਉਹਨਾਂ ਨੂੰ, ਵਿਚਾਰੇ ਮਰ ਖਾ ਗਏ ਨੇ ਸਾਡੇ ਜਿਹੜੇ। ਜੀ ਵੇਖੋ ਨਾ, ਬੱਚਿਆਂ ਨੂੰ ਕੀ ਪਤਾ ਹੈ ਅੱਗੋਂ ਹੁਣ ਬੱਚਿਆਂ ਨੂੰ। ਗੱਲ ਇਹ ਆ ਜੀ, ਉਹ ਬੱਚਿਆਂ ਦੇ ਦਿਲ 'ਚ ਆਈ ਜਿਹੜਾ ਉਹ ਜਿਹਦਾ ਨਾਮ ਦੱਸਿਆ ਜੇ, ਤੇ ਉਹ ਇੱਥੇ ਆਇਆ ਵੇਖਣ, ਆਪਣਾ ਪਿੰਡ ਦੇਖਣ। ਉਹਨੇ ਪੈਲੀਆਂ ਤੋਂ ਉੱਥੇ ਵੀ ਹੈਗੀਆਂ ਸਨ, ਉਹ ਚਿਹਰੇ ਵੇਖਣ ਆਇਆ ਜਿਹੜੇ ਇਸ ਪਿੰਡ 'ਚ ਮੌਜੂਦ ਸਨ। ਤੇ ਹੋਰ ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਉਹ ਤੁਹਾਨੂੰ ਵੇਖ ਕੇ ਖੁਸ਼ ਹੋ ਕੇ ਗਿਆ, ਇਸੇ ਤਰ੍ਹਾਂ ਹੀ ਉਧਰ ਵੀ ਜਿਹੜਾ ਨਾ ਮੌਜੂਦ ਹੋਣਗੇ, ਉਹਨਾਂ ਦੀ ਪੁੱਤਰ ਧੀਆਂ ਤੇ ਹੋਣਗੇ ਨਾ। ਆਹੋ। ਪੁੱਤਰ ਧੀਆਂ ਤੇ ਹੋਣਗੇ ਨਾ। ਉਹਨਾਂ ਵਾਸਤੇ ਤੁਹਾਡਾ ਕੀ ਪੈਗਾਮ ਹੈ? ਬਸ ਖੈਰ ਮੇਰ ਰਾਜੀ ਬਾਜੀ ਸੋਗੀ ਵਾਸਤੇ ਨਹੀਂ ਆ ਪਏ। ਸਲੂਕ ਹੈ ਸਾਰੇ ਕੰਮ ਨੇ, ਹੋਰ ਅਸਾਂ ਕੀ ਕਰਨਾ। ਠੀਕ ਹੈ ਕਿ ਨਹੀਂ। 60 ਸਾਲ ਮੈਂ ਭੇਡਾਂ ਚਾਰ ਰਹੀਆਂ ਨੇ। ਅੱਛਾ। 60 ਸਾਲ ਭੇਡਾਂ ਚਾਰ ਰਹੀਆਂ? ਭੇਡਾਂ ਚਾਰ 60 ਸਾਲ। ਅੱਛਾ। ਤੇ ਮੈਨੂੰ ਕਿਸੇ ਐਂ ਕਰਕੇ ਪੈਲੀ ਦੇ ਜੋ ਭਾਵੇਂ ਕਿੱਡਾ ਜ਼ੋਰ ਸੀ ਨਾ ਵਿਰਕਾਂ ਦਾ, ਤੇ ਮੈਨੂੰ ਕਦੀ ਨਹੀਂ ਸੀ ਕਿਸੇ ਕੱਢਿਆ। ਬਾਬਾ ਜੀ, ਗੱਲ ਇਹ ਆ ਕਿ ਜਿਸ ਵਕਤ
ਤੁਹਾਡੀ ਜਵਾਨੀ ਸੀ ਉਸ ਵਕਤ ਕੰਮ ਕਰਦੇ ਤੇ ਕੰਮ ਹੁਣ ਵੀ ਕਰਦੇ, ਹੁਣ ਕਿੰਨਾ ਕੁ ਵਜ਼ਨ ਚੁੱਕ ਕੇ ਬੱਚੇ ਨੇ ਦੱਸਿਆ ਜੀ ਉਹ ਪੱਠੇ ਲੈ ਕੇ ਆਏ ਨੇ ਆਹੋ ਤੇ 110 ਸਾਲ ਉਮਰ ਹੋ ਗਈ ਤੁਹਾਡੀ ਤੇ ਪੱਠੇ ਹੁਣ ਵੀ ਆਪੇ ਚੁੱਕ ਕੇ ਮੋਢੇ ਤੇ ਸਿਰ ਤੇ ਆਪ ਮੋਢੇ ਤੇ ਲਿਆਉਣਾ। ਅੱਛਾ ਅੱਜ ਕਰਕੇ ਝੋਲੀ ਬਣ ਲਈ ਨਾ ਆਹਾ ਤੇ ਮਨ ਦੇ ਪੱਠੇ ਤੇ ਮੈਂ ਝੋਲੀ ਮਗਰ ਘੰਟੇ ਤੇ ਲੈ ਆਉਂਦੇ ਹਜੇ ਵੀ ਮਨ ਡੇਢ ਮਨ ਜਿਹੜਾ ਭਾਰ ਚੁੱਕ ਕੇ ਕੰਡ ਤੇ ਝੋਲੀ ਬੰਨ ਕੇ ਲਿਆ ਹੁੰਦੇ ਜੀ। ਲੈ ਆਉਂਦੇ ਇਹਦੇ ਚ ਸੰਡੇ ਜੀ ਨਹੀਂ ਹੋ ਤਾਂ ਵੇ ਲੋਹਾਰ ਦੇ ਤੇ ਕਮਿਆਰ ਦੇ ਤੇ ਸਾਰਾ ਕੰਮ ਕਰ ਇਹ ਮਿਸਲ ਮਸ਼ਹੂਰ ਹੈ ਹੈ ਇੰਜ ਹੀ ਹੈ। ਮੇਰਾ ਕੋਈ ਨਹੀਂ ਕੰਮ ਹੈ ਹਾਂ ਨਹੀਂ ਤੇ ਮੇਰਾ ਕੰਮ ਸੀ ਸਿਰ ਘਿਓ ਪੀ ਕੇ ਪਚਾ ਜਾਣਾ। ਵਾਹ ਬਈ ਵਾਹ ਵਾਹ ਬਈ ਵਾਹ ਉਹ ਖਰਾਕਾ ਪੀ ਲੀਆਂ ਲੱਗੀਆਂ ਹੁੰਦੀਆਂ ਨੇ ਹੁਣ ਨਹੀਂ ਲੱਭਦੀ ਨਹੀਂ ਲੱਭਦੀ। ਲੋ ਜੀ ਇਹਨਾਂ ਅਲਫਾਜ਼ ਦੇ ਨਾਲ ਦੀ ਇਜਾਜ਼ਤ ਚਾਹੁੰਦੇ ਹਾਂ। ਬਾਬਾ ਜੀ ਦਾ ਬਹੁਤ ਬਹੁਤ ਸ਼ੁਕਰੀਆ। ਕੀ ਯਾਦ ਕਰੇ ਅੱਲਾਹ ਤਾਲਾ ਇਹਨਾਂ ਨੂੰ ਜ਼ਿੰਦਗੀ ਦੇ ਤੰਦਰੁਸਤੀ ਦੇਵੇ ਤੇ ਫਿਰ ਜਿਹੜਾ ਨਾ ਇਨਸ਼ਾਅੱਲਾ ਨਾ ਤੇ ਰੋਟੀ ਪਕਾਈ ਨਹੀਂ ਨਹੀਂ ਮਿਹਰਬਾਨੀ ਤੂੰ ਸਾਡਾ ਕੀ ਯਾਦ ਬਹੁਤ ਸ਼ੁਕਰੀਆ ਜੀ। ਤੇ ਲਓ ਜੀ ਜਿਹੜੇ ਦੋਸਤ ਇਸ ਪਿੰਡ 'ਚ ਰਹਿੰਦੇ ਸਨ ਉਹਨਾਂ ਦੇ ਤੇ ਇਹਨਾਂ ਅਲਫਾਜ਼ ਦੇ ਨਾਲ ਹੀ ਇਜਾਜ਼ਤ ਚਾਹੁੰਦੇ ਹਾਂ। ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ। ਰੱਬ ਰਾਖਾ।